ਸਤਿ ਸ੍ਰੀ ਅਕਾਲ। ਪੰਜਾਬ ਮੇਲ USA TV ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਲਵਪ੍ਰੀਤ ਸਿੰਘ ਢਿੱਲੋਂ ਤੇ ਇਸ ਖਬਰਾਂ ਦੇ ਬੁਲਟਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ ਖਬਰਾਂ। ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਅਰਵਿੰਦ ਕੇਜਰੀਵਾਲ ਤੇ ਵੱਡਾ ਹਮਲਾ। ਕਿਹਾ ਗਰੰਟੀਆਂ ਦੇਣ ਦੇ ਬਜਾਏ ਪੰਜਾਬ ਦੇ ਪਾਣੀਆਂ ਦੇ ਪੈਸੇ ਦੇ ਅਰਵਿੰਦ ਕੇਜਰੀਵਾਲ। ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਵਿਚਲੇ ਬਣੀ ਸਹਿਮਤੀ। ਪ੍ਰਤਾਪ ਬਾਜਵਾ ਨੇ ਕੀਤਾ ਖੁਲਾਸਾ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਨਸੀਹਤ। ਕਿਹਾ ਭਾਜਪਾ ਨਾਲ ਰਿਸ਼ਤੇ ਰੱਖੋਗੇ ਤਾਂ ਪੰਜਾਬ ਦੇ ਲੋਕ ਕਦੀ ਮਾਫ ਨਹੀਂ ਕਰਨਗੇ। ਆਮ ਆਦਮੀ ਪਾਰਟੀ ਨੇ ਟਰਾਂਸਪੋਰਟ ਮਾਫੀਆ 'ਚ ਕਾਂਗਰਸੀ ਲੀਡਰਾਂ ਦੀ ਸ਼ਮੂਲੀਅਤ ਦੀ ਜਾਂਚ ਕਰਾਉਣ ਲਈ ਮੁੱਖ ਮੰਤਰੀ ਨੂੰ ਕੀਤਾ ਚੈਲੰਜ। ਸ਼੍ਰੋਮਣੀ ਕਮੇਟੀ ਦਾ ਆਪਣੇ ਮੁਲਾਜ਼ਮਾਂ ਲਈ ਵੱਡਾ ਐਲਾਨ। ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਦੀ ਕੀਤਾ ਫੈਸਲਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ 10 ਦਿਨਾਂ ਦੇਰੀ ਨਾਲ ਸ਼ੁਰੂ ਕਰਵਾਉਣ ਨੂੰ ਲੈ ਕੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਸਰਕਾਰੀ ਖਰੀਦ ਸਮੇਂ ਸਿਰ ਸ਼ੁਰੂ ਨਹੀਂ ਕਰਵਾਈ ਕਿਉਂਕਿ ਉਹ ਨਿੱਜੀਕਰਨ ਨੂੰ ਵਧਾਵਾ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦੇ ਹਨ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਇਸ ਮਸਲੇ ਨੂੰ ਤੁਰੰਤ ਹੱਲ ਕਰਵਾਇਆ ਜਾਵੇ। ਸਿਮਰਜੀਤ ਸਿੰਘ ਬੈਂਸ ਅੱਜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਦੂਜੀ ਗਰੰਟੀ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਜੇਕਰ ਕੇਜਰੀਵਾਲ ਲੋਕਾਂ ਨੂੰ ਗਰੰਟੀ ਦੇ ਰਿਹਾ ਹੈ ਤਾਂ ਉਹਨਾਂ ਨੂੰ ਪੂਰਾ ਵੀ ਜ਼ਰੂਰ ਕਰਨਾ। ਬੈਂਸ ਨੇ ਕਿਹਾ ਕਿ ਉਹਨਾਂ ਨੇ ਪਹਿਲੇ ਵੀ ਗਰੰਟੀਆਂ ਦਿੱਤੀਆਂ ਸਨ ਜੋ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਜਿਸ ਵਿੱਚ ਉਹਨਾਂ ਨੇ ਪਾਣੀਆਂ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਦਿੱਲੀ ਜਾ ਰਹੇ ਪਾਣੀਆਂ ਦੇ ਪੈਸੇ ਦੇਣ ਦੀ ਗਰੰਟੀ ਦਿੱਤੀ ਸੀ ਜੋ ਅਜੇ ਤੱਕ ਨਹੀਂ ਦਿੱਤੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਕੈਪਟਨ ਨੂੰ ਉਮਰਾਂ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਹੈ। ਉਹ ਹੁਣ ਕੀ ਕਰਨ ਜਾ ਰਹੇ ਹਨ? ਕੈਪਟਨ ਕਿੱਥੇ ਜਾਂਦੇ ਆਪਣਾ ਆਪ ਪਰਿਵਾਰ ਦਾ ਅਕਸ ਖਰਾਬ ਨਾ ਕਰ ਲੈਣ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਆਪਣਾ ਦੁਸ਼ਮਣ ਸਮਝਦੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੇ ਲੋਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੇਜਰੀਵਾਲ ਸਾਹਿਬ ਜਮ ਕੇ ਗਰੰਟੀਆਂ ਦੇਣ, ਅਸੀਂ ਕੋਈ ਕ੍ਰਿਟਿਸਾਈਜ਼ ਨਹੀਂ ਕਰਦੇ, ਪਰ ਜਿਹੜੀਆਂ ਪਹਿਲਾਂ ਦੀਆਂ ਦਿੱਤੀਆਂ ਹੋਈਆਂ ਗਰੰਟੀਆਂ, ਹੁਣ ਇਹ ਗਰੰਟੀ ਦੇਣ ਵਾਲਿਆਂ ਦੀ ਗਰੰਟੀ ਕੌਣ ਲਵੇ? 2017 ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਗਰੰਟੀ ਤੁਹਾਡੀ ਹਾਜ਼ਰੀ ਦੇ ਵਿੱਚ ਲੁਧਿਆਣਾ ਦੀ ਧਰਤੀ ਤੇ ਵੀ ਅਸੀਂ ਜਿਹੜਾ ਦਿੱਲੀ ਨੂੰ ਪਾਣੀ ਜਾ ਰਿਹਾ ਪੰਜਾਬ ਤੋਂ ਫ੍ਰੀ ਦੇ ਵਿੱਚ ਅਸੀਂ ਉਹਦੀ ਕੀਮਤ ਦੇਵਾਂਗੇ। ਦਿੱਲੀ ਸਰਕਾਰ ਪੰਜਾਬ ਨੂੰ ਪਾਣੀ ਦੀ ਕੀਮਤ ਦੇਊਗੀ। ਗਰੰਟੀ ਦੇ ਕੇ ਗਏ ਸੀ ਮੀਡੀਆ ਦੀ ਹਾਜ਼ਰੀ ਦੇ ਵਿੱਚ ਤੁਹਾਡੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਲੇਕਿਨ ਉਸ ਗਰੰਟੀ ਤੇ ਕਦੇ ਉਹਨਾਂ ਨੇ ਧਿਆਨ ਕਰਨ ਦਾ ਯਤਨ ਨਹੀਂ ਕੀਤਾ। ਐਂਡ ਚਿੱਟੇ ਦੇ ਸਭ ਤੋਂ ਵੱਡੇ ਮਗਰਮੱਛਾਂ ਨੂੰ ਇੱਕ ਵਾਰ ਨਹੀਂ 1000 ਵਾਰ ਕਵਾਂਗੇ ਕਿ ਮਜੀਠੀਆ ਚਿੱਟਾ ਸਭ ਤੋਂ ਵੱਡਾ ਤਸਕਰ ਹੈ, ਇਹੀ ਲੋਕ ਸੀਗੇ। ਉਹਨਾਂ ਤੋਂ ਮਾਫੀ ਮੰਗੇ, ਕਲੀਨ ਚਿੱਟ ਦੇ ਕੇ ਗਰੰਟੀ। ਹੁਣ ਇਹ ਗਰੰਟੀ ਕਰਨ ਵਾਲੇ ਲੋਕਾਂ ਦੀ ਗਰੰਟੀ ਕੌਣ ਲਵੇ? ਸਾਡਾ ਸਵਾਲ ਇਹ ਹੈਗਾ। ਕੇਜਰੀਵਾਲ ਸਾਹਿਬ ਚਾਹੇ ਬਿਜਲੀ ਦੀਆਂ ਗਰੰਟੀਆਂ ਦੇ ਦੇਣ, ਚਾਹੇ ਸਿਹਤ ਨਾਲ ਸੰਬੰਧਿਤ ਗਰੰਟੀਆਂ ਦੇ ਕੇ ਗਏ, ਪਰ ਮੈਂ ਇੱਕ ਗੱਲ ਯਾਦ ਕਰਾਉਣੀ ਚਾਹੂੰਗਾ। ਸਰਦਾਰ ਜਰਨੈਲ ਸਿੰਘ ਸਰੋਗਾਸੀ ਸਾਬਕਾ MLA ਵਿਧਾਨ ਸਭਾ ਦਿੱਲੀ, ਉਹ ਵਿਚਾਰੇ ਤੜਫ ਕੇ ਮਰ ਗਏ। ਦਿੱਲੀ ਦੇ ਵਿੱਚ ਸਿਹਤ ਸਹੂਲਤਾਂ ਕਿੱਦਾਂ ਦੀਆਂ ਸੀਗੀਆਂ? ਕਰੋਨਾ ਦੇ ਨਾਲ ਸਰਦਾਰ ਜਰਨੈਲ ਸਿੰਘ ਦੀ ਮੌਤ ਹੋਈ। ਦਿੱਲੀ ਤੋਂ ਬਹੁਤ ਸਾਰੇ ਲੋਕ ਆਪਣਾ ਇਲਾਜ ਕਰਾਉਣ ਵਾਸਤੇ ਆਪਾਤਕਾਲੀਨ ਐਮਰਜੈਂਸੀ ਦੇ ਵਿੱਚ ਪੰਜਾਬ ਆਏ। ਤੇ ਅੱਜ ਅਸੀਂ ਕਿੱਦਾਂ ਮੰਨ ਲਈਏ ਵੀ ਇਹ ਜਿਹੜੀ ਗਰੰਟੀ ਕੇਜਰੀਵਾਲ ਸਾਹਿਬ ਦੇ ਰਹੇ ਆ ਉਹਦੇ ਤੇ ਕਿੱਦਾਂ ਯਕੀਨ ਕਰ ਲਈਏ? ਦਿੱਲੀ ਦੇ ਅੰਦਰ ਪਿਛਲੇ ਸਮੇਂ ਦੇ ਦੌਰਾਨ ਜੋ ਸਿਹਤ ਸਹੂਲਤਾਂ ਦਾ ਜਨਾਜ਼ਾ ਨਿਕਲਿਆ, ਉਹਨੂੰ ਦੇਖਦੇ ਹੋਏ ਕੋਈ ਯਕੀਨ ਨਹੀਂ ਹੈਗਾ, ਕਿਉਂਕਿ 2017 ਦੇ ਵਿੱਚ ਦਿੱਤੀ ਹੋਈ ਗਰੰਟੀ ਕਿ ਪੰਜਾਬ ਨੂੰ ਪਾਣੀ ਦੀ ਕੀਮਤ ਦੇਵਾਂਗੇ ਅੱਜ ਤੱਕ ਪੂਰੀ ਨਹੀਂ ਹੋਈ। ਬਾਦਲਾਂ ਦੀਆਂ ਬੱਸਾਂ ਦਿੱਲੀ ਦੇ ਵੜਨੋਂ ਰੋਕ ਦਿਆਂਗੇ, ਪੂਰੀ ਨਹੀਂ ਹੋਈ, ਜਦਕਿ ਸਾਡੀ ਜਿਹੜੀ ਰੋਡਵੇਜ਼ ਦੀ ਵੋਲਵੋ ਹੈਗੀ ਆ ਉਹ ਜ਼ਰੂਰ ਬੰਦ ਹੋ ਗਈ। ਸੋ ਸਾਡੀ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ ਸਿਰਫ ਤੇ ਸਿਰਫ ਵੋਟਾਂ ਬਟੋਰਨ ਦੇ ਜ਼ਰੀਏ ਸੋਰਸ ਤੋਂ ਵੱਧ ਕੁਝ ਨਹੀਂ। ਸਾਡੀ ਸਤਿਕਾਰ ਦੇ ਨਾਲ ਅਪੀਲ ਆ ਕੇਜਰੀਵਾਲ ਸਾਹਿਬ ਨੂੰ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਬਾਜਵਾ ਨੇ ਕੈਪਟਨ ਦੀ ਪਾਰਟੀ ਛੱਡਣ ਦੇ ਫੈਸਲੇ ਨੂੰ ਉਹਨਾਂ ਦਾ ਨਿੱਜੀ ਫੈਸਲਾ ਦੱਸਿਆ ਹੈ। ਉਹਨਾਂ ਕਿਹਾ ਕਿ ਕੈਪਟਨ 40 ਸਾਲ ਕਾਂਗਰਸ ਵਿੱਚ ਰਹੇ ਅਤੇ ਜੇ ਹੁਣ ਉਹ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਹੈ ਤਾਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਇਸ ਤੇ ਹਾਈ ਕਮਾਂਡ ਟਿੱਪਣੀ ਕਰਨ ਦੀ ਬਹੁਤੀ ਤਵੱਜੋ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕਾਂਗਰਸੀ ਹਨ, ਉਹ ਸਿਰਫ ਬਟਾਲਾ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਆਗੂ ਹਨ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਟਨਾਕ੍ਰਮ ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਕੁਝ ਮੁੱਦੇ ਸਨ ਜਿਨ੍ਹਾਂ ਨੇ ਹੱਲ ਕਰਵਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਮੀਟਿੰਗ ਹੋਈ ਸੀ ਅਤੇ ਇਸ ਮੀਟਿੰਗ ਵਿੱਚ 80 ਤੋਂ 90% ਦੇ ਮੁੱਦੇ ਹੱਲ ਕਰ ਲਏ ਗਏ ਹਨ ਅਤੇ ਜੇਕਰ ਕੋਈ ਮੁੱਦਾ ਰਹਿ ਗਿਆ ਤਾਂ ਉਸ ਨੂੰ ਵੀ ਬਾਅਦ ਵਿੱਚ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਜਦ ਪੱਤਰਕਾਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਉਹਨਾਂ ਦੇ ਧੜੇ ਨੂੰ 2 ਚੇਅਰਮੈਨ ਬਦਲੇ ਜਾਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਸਿਆਸਤ ਹੈ, ਇਸ ਵਿੱਚ ਕੁਝ ਵੀ ਹੋ ਸਕਦਾ ਹੈ। ਬਾਜਵਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਬਦਲੇ ਗਏ ਚੇਅਰਮੈਨਾਂ ਨੂੰ ਹੋਰ ਵੱਡੇ ਅਹੁਦੇ ਦੇ ਦਿੱਤੇ ਜਾਣ ਅਤੇ ਉਹ ਜ਼ਿਲ੍ਹਾ ਪੱਧਰੀ ਸਿਆਸਤ ਤੋਂ ਉੱਠ ਕੇ ਸੂਬਾ ਪੱਧਰ ਤੇ ਨਿਯੁਕਤ ਕਰ ਦਿੱਤੇ ਜਾਣ। ਸਰ ਨਵਜੋਤ ਸਿੰਘ ਸਿੱਧੂ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਇਸ ਟਾਈਮ, ਉਹਨਾਂ ਨੇ ਆਪਣੇ ਕੁਝ ਜਿਹੜੇ ਵਿਊਜ਼ ਨੇ ਸਾਹਮਣੇ ਰੱਖਣੇ ਨੇ, ਕੁਝ ਚੀਜ਼ਾਂ ਦੇ ਉੱਤੇ ਉਹਨਾਂ ਨੇ ਆਪਣਾ ਇਤਰਾਜ਼ ਜਤਾਇਆ। ਕੱਲ ਹੀ ਮੀਟਿੰਗ ਉਹਨਾਂ ਦੀ ਤੇ ਚੀਫ ਮਿਨਿਸਟਰ ਸਰ ਚਰਨਜੀਤ ਸਿੰਘ ਚੰਨੀ ਦੀ ਹੋ ਚੁੱਕੀ ਹੈ ਤੇ ਮੇਰਾ ਖਿਆਲ ਜੋ ਬਾਹਰ ਗੱਲ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਮੁੱਦਿਆਂ ਤੇ ਬਹੁਤ ਹੱਦ ਤੱਕ ਉਹਨਾਂ ਦੀ ਸਹਿਮਤੀ ਬਣ ਚੁੱਕੀ ਹੈ। ਆਲਮੋਸਟ 80-90% ਦੀ ਮੁੱਦੇ ਕਾਫੀ ਹੱਦ ਤੱਕ ਆਪਣੇ ਡਿਸਕਸ਼ਨ ਦੇ ਬਾਅਦ ਹੱਲ ਹੋ ਚੁੱਕੇ ਨੇ। ਜਿਹੜੇ ਕੋਈ ਇੱਕ ਅੱਧਾ ਮੁੱਦਾ ਰਹਿ ਜਾਏਗਾ ਬਾਅਦ 'ਚ ਹੋ ਜਾਏਗਾ। ਮੈਂ ਕਿੱਥੇ ਜਾਣਾ ਉਹਨਾਂ ਦੀ ਨਵੀਂ ਪਾਰਟੀ ਕਿਹੜੀ ਬਣਾਉਣ ਜਾ ਰਹੇ ਉਹਨਾਂ ਕਾਂਗਰਸ 'ਚ ਨਹੀਂ ਰਹਿਣਗੇ। ਨਹੀਂ ਉਹ ਤਾਂ ਕੈਪਟਨ ਸਾਹਿਬ ਦੀ ਗੱਲ ਕਰੋ, ਤੁਸੀਂ ਸਾਡੀ ਗੱਲ ਕਰੋ। ਇਹ ਜਿਸ ਜਮਾਤ 'ਚ ਉੱਥੇ ਹੀ ਆ, ਹੋਰ ਕਿੱਥੇ ਜਾਣਾ ਸੀ। ਕੈਪਟਨ ਸਾਹਿਬ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ। ਇੰਨਾ ਚਿਰ ਉਹ ਕਾਂਗਰਸ ਦੇ ਵਿੱਚ ਰਹੇ ਨੇ, ਜੇ ਉਹਨਾਂ ਨੇ ਕੋਈ ਫੈਸਲਾ ਕੀਤਾ ਮੈਂ ਸਮਝਦਾ ਉਹ ਉਹਨਾਂ ਦੀ ਆਪਣੀ ਨਿੱਜੀ ਰਾਏ ਹੈ। ਮੈਂ ਇਸ ਤਰ੍ਹਾਂ ਕਿ ਜਦੋਂ ਕਾਂਗਰਸ ਸਾਹਿਬ ਕੈਪਟਨ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਹੈ ਮੈਂ ਖੁਦ ਕਾਂਗਰਸ 'ਚ ਹੀ ਹੈ ਨਹੀਂ, ਕਿ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੀ ਕਿਸੇ ਟਿੱਪਣੀ ਤੇ ਕੋਈ ਬਹੁਤਾ ਮੇਰੇ ਖਿਆਲ ਤਵੱਜੋ ਨਹੀਂ ਕਰੇਗੀ। ਥੋੜਾ ਉਹ ਭਾਜਪਾ ਦਾ ਕਹਿਣਾ ਹੈ ਜੀ, ਹਰ ਪੋਲੀਟੀਕਲ ਪਾਰਟੀ ਦਾ ਆਪਣਾ ਆਪਣਾ ਕਹਿਣਾ ਹੁੰਦਾ। ਉਹ ਹੁਣ ਕੋਈ ਵੀ ਗੱਲ ਆਪਣੀ ਟਿੱਪਣੀ ਕਰ ਸਕਦੇ ਨੇ। ਹੁਣ ਮੈਂ ਕੀ ਗੱਲ ਕਰਾਂ, ਮੈਂ ਤੇ ਸਾਰੇ ਪੰਜਾਬ ਦੇ ਵਿੱਚ ਆ। ਮੈਂ ਤੇ ਪਹਿਲੇ ਵੀ ਕਦੇ ਨਹੀਂ ਸੀ ਕਿਹਾ ਕਿ ਇਕੱਲਾ ਮੈਂ ਬਟਾਲੇ ਵਿੱਚ ਹੀ ਟਿਕਣਾ, ਮੈਂ ਤੇ ਸਾਰੇ ਪੰਜਾਬ ਦੇ ਵਿੱਚ ਆ। ਪਰ ਫਿਰ ਕੀ ਹੋ ਗਿਆ, ਇਹ ਬਦਲੀਆਂ ਗਈਆਂ ਨੇ, ਹੋ ਸਕਦਾ ਇਹਦੇ ਨੂੰ ਕਿਤੇ ਬੈਟਰ ਪੋਜੀਸ਼ਨ 'ਚ ਆ ਜਾਣ। ਅਜੇ ਸਿਆਸਤ ਐਂ ਹੀ ਹੁੰਦੀ ਹੈ ਨਾ ਜੀ, ਵੱਡੇ ਤੋਂ ਵੱਡੇ ਬੰਦੇ ਜਿਹੜੇ ਉਹਨਾਂ ਦੀਆਂ ਪੋਜੀਸ਼ਨਾਂ ਚਲੀਆਂ ਗਈਆਂ। ਤੁਸੀਂ ਮੇਰੇ 2 ਚੇਅਰਮੈਨਾਂ ਦੀ ਗੱਲ ਕਰਦੇ ਹੋ ਤੇ ਕੈਪਟਨ ਅਮਰਿੰਦਰ ਸਿੰਘ ਬਦਲ ਗਏ ਤੇ ਮੇਰੇ ਚੇਅਰਮੈਨ ਜਿਹੜੇ ਬਦਲੇ ਹੋ ਸਕਦਾ ਜਿਹੜੇ ਬਟਾਲੇ 'ਚੋਂ ਬਦਲੇ ਨੇ ਕਿਤੇ ਸਟੇਟ ਲੈਵਲ ਤੇ ਚਲੇ ਜਾਣ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਤੇ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਗੱਲ ਤੇ ਚੁਟਕੀ ਲੈਂਦਿਆਂ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਅਜਿਹਾ ਕੋਈ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ, ਨਹੀਂ ਤਾਂ ਉਸ ਦੇ ਪਰਿਵਾਰ ਨੂੰ ਨਾ ਸਿਰਫ ਜੀਵਨ ਭਰ ਲਈ ਪਛਤਾਵਾ ਕਰਨਾ ਪਵੇਗਾ ਬਲਕਿ ਪੰਜਾਬ ਦੇ ਲੋਕਾਂ ਤੇ ਪੰਜਾਬ ਦਾ ਹਰ ਬੱਚਾ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ। ਪੀਆਰਟੀਸੀ ਸੰਗਰੂਰ ਡਿਪੂ ਬੱਸ ਅੱਡੇ ਦਾ ਦੌਰਾ ਕਰਨ ਪਹੁੰਚੇ ਸਨ। ਉਹਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 800 ਨਵੀਆਂ ਸਰਕਾਰੀ ਬੱਸਾਂ ਦਾ ਟੈਂਡਰ ਟਾਟਾ ਕੰਪਨੀ ਨਾਲ ਪਾਸ ਕੀਤੇ ਗਏ ਹਨ ਅਤੇ ਜਲਦੀ ਹੀ 400 ਬੱਸਾਂ ਪੰਜਾਬ ਦੀਆਂ ਸੜਕਾਂ ਤੇ ਲਾਂਚ ਕੀਤੀਆਂ ਜਾਣਗੀਆਂ ਅਤੇ ਪੰਜਾਬ ਵਿੱਚ ਬੰਦ ਰੂਟਾਂ ਤੇ ਬੱਸਾਂ ਚਲਾਈਆਂ ਜਾਣਗੀਆਂ। ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਮੈਂ ਆਮ ਲੋਕ ਡਰਾਈਵਰਾਂ ਦੀਆਂ ਤਕਲੀਫਾਂ ਸੁਣਾਂਗਾ ਤਾਂ ਫਿਰ ਹੱਲ ਕੀਤੇ ਜਾਣਗੀਆਂ। ਪੰਜਾਬ ਦੇ ਕਾਫੀ ਬੱਸ ਅੱਡਿਆਂ ਤੇ ਸਫਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਟਰਾਂਸਪੋਰਟ ਮਾਫੀਆ ਦੇ 15 ਦਿਨ ਅੰਦਰ ਨੱਥ ਪਾਉਣ ਦਾ ਦਾਅਵਾ ਕਰਦਿਆਂ ਵੜਿੰਗ ਨੇ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ 100 ਕਰੋੜ ਦੇ ਸਾਰੇ ਟੈਕਸ ਬਕਾਇਆ ਹਨ। ਜੇਕਰ ਅਦਾਇਗੀ ਨਹੀਂ ਕੀਤੀ ਗਈ ਤਾਂ ਉਹਨਾਂ ਦੀਆਂ ਟਰਾਂਸਪੋਰਟ ਕੰਪਨੀਆਂ ਜਲਦੀ ਹੀ ਬੰਦ ਹੋ ਜਾਣਗੀਆਂ। ਭਾਈ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਰਾਏ ਦੇਣਾ ਚਾਹੁੰਦਾ ਹਾਂ। ਸਾਡੇ 9.5 ਸਾਲ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਰਹੇ, 5 ਸਾਲ ਪਹਿਲਾਂ ਤੇ 4.5 ਸਾਲ ਹੁਣ। ਇਹ ਕਾਂਗਰਸ ਪਾਰਟੀ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੈ ਕਿ ਇੰਨੀ 9.5 ਸਾਲ ਦਾ ਜਿਹੜਾ ਸਮਾਂ ਹੈ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਕੱਟਿਆ। ਜਿਸ ਤਰ੍ਹਾਂ ਦੀ ਉਹ ਗੱਲਬਾਤ ਕਰ ਰਹੇ ਹੈ ਕਿ ਮੈਂ ਕਾਂਗਰਸ ਪਾਰਟੀ 'ਚ ਨਾ ਰਵਾਂਗਾ ਨਹੀਂ ਤੇ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਤੇ ਫਲਾਂ, ਮੈਂ ਤੁਹਾਨੂੰ ਉਹਨਾਂ ਨੂੰ ਰਾਏ ਦੇਣਾ ਚਾਹੁੰਦਾ, ਸਾਡੇ ਬਜ਼ੁਰਗ ਲੀਡਰ ਨੇ, ਕਿ ਇਸ ਤਰ੍ਹਾਂ ਦਾ ਕੰਮ ਨਾ ਕਰੋ। ਪਹਿਲਾਂ ਹੀ ਲੋਕ ਬੜੇ ਉਦਾਸ ਤੇ ਪਰੇਸ਼ਾਨ ਸੀਗੀ ਕਿ ਕਈ ਕੰਮ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ। ਪਹਿਲਾਂ ਹੀ ਪਰੇਸ਼ਾਨ ਸੀ। ਅਗਰ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਕਰ ਲਿਆ,
ਤਾਂ ਤੁਹਾਨੂੰ ਪੰਜਾਬ ਦੀ ਜਨਤਾ ਰਹਿੰਦੀ ਦੁਨੀਆ ਤੱਕ ਮਾਫ ਨਹੀਂ ਕਰੇਗੀ। ਅੱਜ ਦੇ ਸਮੇਂ ਭਾਜਪਾ ਦੇ ਕਿਸੇ ਲੀਡਰ ਨੂੰ ਮਿਲਣਾ, ਭਾਜਪਾ ਦੇ ਹੋਮ ਮਿਨਿਸਟਰ ਨੂੰ ਮਿਲਣਾ, ਅਮਿਤ ਸ਼ਾਹ ਨੂੰ, ਜਿਸ ਅਮਿਤ ਸ਼ਾਹ ਦੀ ਕਰਕੇ ਅੱਜ ਮੇਰੇ ਪੰਜਾਬ ਦਾ ਕਿਸਾਨ ਸੜਕਾਂ ਤੇ ਬੈਠਾ ਹੈ, 600 ਬੰਦਾ ਮਰ ਗਿਆ। ਇਹ ਗਿਟਮਿਟ ਚੱਲ ਰਹੀ ਹੈ। ਭਾਜਪਾ ਸਮਝ ਰਹੀ ਹੈ ਕਿ ਅਸੀਂ ਐਗਰੀਕਲਚਰ, ਅਫਵਾਹਾਂ ਹੋ ਰਹੀਆਂ, ਪਤਾ ਨਹੀਂ ਇਹ 'ਚ ਕਿੰਨਾ ਕੁ ਸੱਚ ਹੈ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਐਗਰੀਕਲਚਰ ਮਿਨਿਸਟਰ ਬਣਾ ਦਿਆਂਗੇ, ਫਿਰ ਬਿੱਲ ਵਾਪਸ ਲੈ ਲਾਂਗੇ। ਇਹਦਾ ਮਤਲਬ ਫਿਰ ਬਿੱਲ ਪਹਿਲਾਂ ਕਿਉਂ ਨਹੀਂ ਲਏ? ਇਹਦਾ ਮਤਲਬ ਮਿਲੀ ਭੁਗਤ ਸੀ। ਸੋ ਮੈਂ ਕਹਿਣਾ, ਮੈਂ ਆਪਦੇ ਲਈ ਉਹਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਰਾਏ ਦੇਣੀ ਚਾਹੁੰਦਾ ਕਿ ਐਸਾ ਕੋਈ ਕਦਮ ਨਾ ਚੱਕ ਲਿਓ ਜਿਹਦੇ ਕਰਕੇ ਸਾਰੀ ਉਮਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਛਤਾਉਣਾ ਪਵੇ। ਸੋ ਮੈਂ ਸੋਚਿਆ ਕਿ ਸੰਗਰੂਰ ਦਾ ਜਿਹੜਾ ਬੱਸ ਸਟੈਂਡ ਆ ਉਹ ਵਿਜ਼ਿਟ ਕਰੀਏ, ਕਿਉਂਕਿ ਜਦੋਂ ਮੈਨੂੰ ਟਰਾਂਸਪੋਰਟ ਮੰਤਰੀ ਬਣਾਇਆ ਤੇ ਮੈਂ ਜਿੰਨਾ ਚਿਕਰ ਬੱਸ 'ਚ ਨਹੀਂ ਚੜਾਂਗਾ ਤੇ ਬੱਸ ਸਟੈਂਡ 'ਚ ਨਹੀਂ ਆਵਾਂਗਾ, ਉਹਨਾਂ ਚਿਕਰ ਮੈਨੂੰ ਆਮ ਜਨਤਾ ਦੀਆਂ ਤਕਲੀਫਾਂ ਤੋਂ ਮੈਂ ਜਾਣੂ ਨਹੀਂ ਹੋਵਾਂਗਾ। ਬੇਸ਼ੱਕ ਮੈਨੂੰ ਦਫ਼ਤਰ 'ਚ ਬੈਠ ਕੇ ਜਿਹੜੀ ਇਨਫੋਰਮੇਸ਼ਨ ਆਏਗੀ ਉਹ ਕਰੈਕਟ ਇਨਫੋਰਮੇਸ਼ਨ ਸ਼ਾਇਦ ਨਾ ਹੋਵੇ, ਜਿਹੜੀ ਮੈਂ ਆਪਦੀ ਅੱਖੀ ਡਿੱਠਾ ਵੇਖਾਂਗਾ। ਸੋ ਉਹਦੇ ਮੁਤਲਕ ਹੀ ਅੱਜ ਮੈਂ ਇਸ ਬੱਸ ਸਟੈਂਡ 'ਚ ਆਇਆ, ਤਾਂ ਜੋ ਕੱਲ੍ਹ ਨੂੰ ਅਗਰ ਜਦੋਂ ਮੈਂ ਗੱਲ ਕਰਾਂ ਤਾਂ ਮੇਰੇ 15 ਦਿਨਾਂ ਦੇ ਅੰਦਰ ਦਿਮਾਗ 'ਚ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਬੱਸ ਸਟੈਂਡਸ ਦੀਆਂ ਆ ਤਕਲੀਫਾਂ ਹਨ, ਬੱਸਿਸ ਦੀਆਂ ਆ ਤਕਲੀਫਾਂ ਹਨ, ਜਿਹੜੇ ਲੋਕ ਇਹਦੇ 'ਚ ਟਰੈਵਲ ਕਰਦੇ ਹੈ ਉਹਨਾਂ ਦੀਆਂ ਆ ਦਿੱਕਤਾਂ ਹਨ, ਸਾਡੇ ਕਨੈਕਟਰ ਭਰਾਵਾਂ ਦੀਆਂ ਤੇ ਡਰਾਈਵਰਸ ਦੀਆਂ ਆ ਦਿੱਕਤਾਂ ਹਨ। ਸੋ ਜਿਹੜਾ ਪਹਿਲਾਂ ਮੈਨੂੰ ਕੰਮ ਕਰਨਾ ਚਾਹੀਦਾ ਉਹ ਮੈਂ ਤੋਰਾ ਫੇਰਾ ਕਰਕੇ ਉਹ ਵਿਜ਼ਿਟ ਪਾ ਰਿਹਾ ਕਿ ਮੈਂ ਉਹਨਾਂ ਤਕਲੀਫਾਂ ਤੋਂ ਜਾਣੂ ਹੋਵਾਂ, ਤਦ ਹੀ ਮੈਂ ਕੋਈ ਪਾਲਿਸੀ ਤੇ ਪਲੈਨਿੰਗ ਕਰ ਸਕਦਾ। ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਸਰਕਾਰ ਤੇ ਲਾਏ ਦੋਸ਼ ਉੱਤੇ ਜਨਤਕ ਮੋਹਰ ਲਾ ਦਿੱਤੀ ਹੈ। ਸੂਬੇ 'ਚ ਟਰਾਂਸਪੋਰਟ ਮਾਫੀਆ ਪਿਛਲੇ ਬਾਦਲ ਸਰਕਾਰ ਵਾਂਗ ਹੀ ਚੱਲ ਰਿਹਾ ਹੈ। ਮੀਤ ਹੇਅਰ ਨੇ ਰਾਜਾ ਵੜਿੰਗ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਪੁੱਛਿਆ ਕਿ ਉਹ ਦੱਸਣ ਕਿ ਪਿਛਲੇ 15 ਸਾਲਾਂ ਤੋਂ ਟਰਾਂਸਪੋਰਟ ਮਾਫੀਆ ਚਲਾ ਰਹੇ ਮੰਤਰੀ, ਅਫਸਰ ਅਤੇ ਹੋਰ ਹਿੱਸੇਦਾਰ ਸਿਆਸਤਦਾਨ ਵਿਰੁੱਧ ਕਦੋਂ ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਸਰਕਾਰ ਤੇ ਲਾਏ ਦੋਸ਼ਾਂ ਉੱਤੇ ਜਨਤਕ ਮੋਹਰ ਲਾ ਦਿੱਤੀ ਹੈ ਅਤੇ ਸੂਬੇ 'ਚ ਟਰਾਂਸਪੋਰਟ ਮਾਫੀਆ ਪਿਛਲੀ ਬਾਦਲ ਸਰਕਾਰ ਵਾਂਗ ਹੀ ਚੱਲ ਰਿਹਾ ਹੈ। ਮੀਤ ਹੇਅਰ ਨੇ ਰਾਜਾ ਵੜਿੰਗ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਪੁੱਛਿਆ ਕਿ ਉਹ ਦੱਸਣ ਕਿ ਪਿਛਲੇ 15 ਸਾਲਾਂ ਤੋਂ ਟਰਾਂਸਪੋਰਟ ਮਾਫੀਆ ਚਲਾ ਰਹੇ ਮੰਤਰੀ, ਅਫਸਰ ਤੇ ਹੋਰ ਹਿੱਸੇਦਾਰ ਸਿਆਸਤਦਾਨਾਂ ਵਿਰੁੱਧ ਕਦੋਂ ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਰਾਜਾ ਵੜਿੰਗ ਦੀ ਟਿੱਪਣੀ ਨੇ ਸਾਬਤ ਕਰ ਦਿੱਤਾ ਹੈ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੀ ਟਰਾਂਸਪੋਰਟ ਮਾਫੀਆ ਦਾ ਹਿੱਸਾ ਸੀ, ਜਿਸ ਕਰਕੇ ਕਾਂਗਰਸ ਦੀ ਸਰਕਾਰ ਵੀ ਟਰਾਂਸਪੋਰਟ ਮਾਫੀਆ ਨੂੰ ਨੱਥ ਨਹੀਂ ਪਾ ਸਕੀ। ਮੀਤ ਹੇਅਰ ਨੇ ਕਿਹਾ ਹੈ ਕਿ ਬੇਸ਼ੱਕ ਰਜ਼ੀਆ ਸੁਲਤਾਨਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਬਤੌਰ ਕੈਬਨਿਟ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਹੈ, ਪਰੰਤੂ ਸਵਾਲ ਇਹ ਹੈ ਕਿ ਟਰਾਂਸਪੋਰਟ ਮਾਫੀਆ ਦੀ ਭਾਗੀਦਾਰੀ ਰਜ਼ੀਆ ਸੁਲਤਾਨਾ ਨੂੰ ਦੁਬਾਰਾ ਫਿਰ ਕੈਬਨਿਟ ਦੇ ਕਿਸੇ ਅਦਾਰੇ ਤੇ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਤੋਂ ਨਿਜਾਤ ਦਿਵਾ ਸਕਦੀ ਹੈ। ਦੇਖੋ, ਅੱਜ ਫੇਰ ਅਖਬਾਰਾਂ ਦੇ ਵਿੱਚ ਬਿਆਨ ਆਇਆ, ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਕਿ ਰਾਜਾ ਵੜਿੰਗ ਜੀ ਨੇ ਫੇਰ ਕਿਹਾ, ਜਿਹੜੇ ਨਵੇਂ ਟਰਾਂਸਪੋਰਟ ਮੰਤਰੀ ਬਣੇ ਆ, ਕਿ ਦੇਖੋ ਜੀ ਮੈਂ 15 ਦਿਨਾਂ ਦੇ ਵਿੱਚ ਕਿਵੇਂ ਜਿਹੜਾ ਟਰਾਂਸਪੋਰਟ ਮਾਫੀਆ ਖਤਮ ਕਰਦਾ। ਦੇਖੋ, ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਵੀ ਪੌਣੇ 5 ਸਾਲਾਂ ਤੋਂ ਵੀ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਸੀ, ਇਹਦਾ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜੇ ਪੌਣੇ 5 ਸਾਲ, ਕਿਉਂਕਿ ਇਹ ਤਾਂ ਹੈ ਨਹੀਂ ਵੀ ਪੌਣੇ 5 ਸਾਲ ਤੁਹਾਡੀ ਸਰਕਾਰ 'ਚ ਟਰਾਂਸਪੋਰਟ ਮੰਤਰੀ ਨਹੀਂ ਸੀ ਜਾਂ ਕਾਂਗਰਸ ਦੀ ਸਰਕਾਰ ਨਹੀਂ ਸੀ, ਕਿਸੇ ਹੋਰ ਦੀ ਸੀ। ਇਹਦਾ ਮਤਲਬ ਤੁਸੀਂ ਇਹ ਗੱਲ ਤੇ ਜਿਹੜੀ ਸਾਰੀ ਪਬਲਿਕ ਕਹਿੰਦੀ ਹੈ ਤੇ ਅਸੀਂ 4.5 ਪੌਣੇ 5 ਸਾਲ ਤੋਂ ਕਹਿ ਰਹੇ ਹਾਂ, ਤੁਸੀਂ ਵੀ ਉਸ ਗੱਲ ਤੇ ਮੋਹਰ ਲਾਤੀ ਵੀ ਪੌਣੇ 5 ਸਾਲ ਤੋਂ ਤੁਹਾਡੀ ਜਿਹੜੇ ਮੰਤਰੀ ਰਜ਼ੀਆ ਸੁਲਤਾਨਾ ਉਹ ਟਰਾਂਸਪੋਰਟ ਮਾਫੀਆ ਚਲਾ ਰਹੇ ਸੀ, ਉਹਨਾਂ ਦਾ ਵਿੱਚ ਹਿੱਸਾ ਸੀਗਾ ਕਿ ਤੁਸੀਂ ਜਿਹੜਾ ਹੁਣ ਕਹਿ ਰਹੇ ਹੋ ਵੀ ਮੈਂ ਭਾਈ 15 ਦਿਨਾਂ ਦੇ ਵਿੱਚ ਜਿਹੜਾ ਟਰਾਂਸਪੋਰਟ ਮਾਫੀਆ ਖਤਮ ਕਰ ਦੂੰ। ਆਈ ਤੁਹਾਡੇ ਜਿਹੜੇ ਮੁੱਖ ਮੰਤਰੀ ਨੇ ਉਹ ਕਹਿੰਦੇ ਰਹੇ ਕਿ ਜੀ ਦੇਖਿਓ ਹੁਣ ਮੇਰੇ ਕੋਲੇ ਜਿਹੜੇ ਰੇਤ ਮਾਫੀ ਵਾਲੇ ਆ ਉਹ ਨਾ ਆਉਣ, ਤੇ ਉਹਨਾਂ ਨੇ ਵੀ ਜਿਹੜੇ ਰੇਤ ਮਾਫੀ ਵਾਲੇ ਨੇ ਉਹਨਾਂ ਨੂੰ ਕੈਬਨਿਟ ਦਾ ਹਿੱਸਾ ਵੀ ਬਣਾ ਲਿਆ। ਸੋ ਇਹ ਕੋਈ ਸਾਡੇ ਕਹਿਣ ਦੀ ਗੱਲ ਨਹੀਂ, ਸਾਰਾ ਪੰਜਾਬ ਜਾਣਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਇਕੱਲੇ ਨਹੀਂ ਸੀ ਲੁੱਟਿਆ। ਜੋ ਅਕਾਲੀ ਦਲ ਭਾਜਪਾ ਦੇ ਸਮੇਂ ਪੰਜਾਬ 'ਚ ਤਰ੍ਹਾਂ ਤਰ੍ਹਾਂ ਦੇ ਮਾਫੀ ਚੱਲਦੇ ਰਹੇ, ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ,
ਪੌਣੇ 5 ਸਾਲ ਤੁਹਾਡੀ ਸਰਕਾਰ ਦੇ ਵਿੱਚ ਵੀ ਆਹੀ ਜਿਹੜੇ ਹੁਣ ਤੁਸੀਂ ਦੁਬਾਰਾ ਕੈਬਨਿਟ ਚ ਲਏ ਆ, ਇਹੀ ਮੰਤਰੀ ਸੀ, ਇਹੀ ਵਿਧਾਇਕ ਸੀ ਜਿਨ੍ਹਾਂ ਦੇ ਹਲਕਿਆਂ ਚੋਂ ਰੇਤਾ ਨਿਕਲਦਾ ਰਿਹਾ, ਜਿਨ੍ਹਾਂ ਦੇ ਹਲਕਿਆਂ ਚੋਂ 2 ਨੰਬਰ ਦੀ ਜਿਹੜੀ ਸ਼ਰਾਬ ਹੈ ਉਹ ਨਿਕਲਦੀ ਰਹੀ, ਸਾਰਾ ਪੰਜਾਬ ਜਾਣਦਾ। ਸੋ ਇਹ ਗੱਲਾਂ ਕਰਨੀਆਂ ਬੰਦ ਕਰੋ। ਹੁਣ ਤੁਸੀਂ ਇਹ ਹੈ ਵੀ ਤੁਹਾਨੂੰ 3 ਮਹੀਨੇ ਲੋਕਾਂ ਨੂੰ ਡਰਾਮੇਬਾਜ਼ੀ ਕਰਕੇ ਮੂਰਖ ਬਣਾ ਲਾਂਗੇ ਜਾਂ ਪੰਜਾਬ ਚੋਂ ਕਰਪਸ਼ਨ ਖਤਮ ਕਰ ਦਾਂਗੇ, ਮਹਿਜ ਇੱਕ ਡਰਾਮੇਬਾਜ਼ੀ ਹੈ। ਕਿਉਂਕਿ ਕਰਪਸ਼ਨ ਦਾ ਦੂਜਾ ਨਾਮ ਜਿਹੜਾ ਉਹ ਕਾਂਗਰਸ ਹੈ। ਜਿੰਨਾ ਟਾਈਮ ਪੰਜਾਬ ਚੋਂ ਕਰਪਸ਼ਨ ਜ਼ਰੂਰ ਜਾਊਗੀ, ਪਰ ਕਰਪਸ਼ਨ ਉਦੋਂ ਜਾਊਗੀ ਜਿੱਦਣ ਕਾਂਗਰਸ ਪੰਜਾਬ ਚੋਂ ਸੱਤਾ 'ਚ ਗਈ ਤੇ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ 'ਚ ਸੱਤਾ ਦੇ ਵਿੱਚ ਆਈ। ਸ਼੍ਰੋਮਣੀ ਕਮੇਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 2003 ਤੋਂ 2015 ਤੱਕ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਦਿਹਾੜੀ ਤੇ ਕੰਮ ਕਰ ਰਹੇ ਕੰਟਰੈਕਟਰ ਅਧੀਨ ਲਿਆਂਦਾ ਗਿਆ ਹੈ। ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਲਾਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਐਜੂਕੇਸ਼ਨ ਟਰਸਟ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਦੀ ਪ੍ਰਧਾਨਗੀ 'ਚ ਕੀਤਾ ਗਿਆ। ਮੀਟਿੰਗ 'ਚ ਕਾਲਜ ਦੇ 60 ਅਧਿਆਪਕਾਂ ਨੂੰ ਪੱਕਾ ਕਰਨ ਦਾ ਮਤਾ ਪਾਸ ਕੀਤਾ ਗਿਆ, ਜਦਕਿ ਨਾਲ ਦਿਹਾੜੀ ਤੇ ਕੰਮ ਕਰ ਰਹੇ ਨਾਲ ਦਿਹਾੜੀ ਤੇ ਕੰਮ ਕਰ ਰਹੇ 40 ਨਾਨ ਟੀਚਿੰਗ ਮੁਲਾਜ਼ਮਾਂ ਨੂੰ ਵੀ ਕੰਟਰੈਕਟ ਅਧੀਨ ਲਿਆਂਦਾ ਗਿਆ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਕਤ ਫੈਸਲੇ ਤੋਂ ਇਲਾਵਾ ਇੰਜੀਨੀਅਰਿੰਗ ਕਾਲਜ ਤੇ ਬਹੁਤ ਤਕਨੀਕੀ ਕਾਲਜਾਂ ਦੇ ਮੁਲਾਜ਼ਮਾਂ ਦੀ ਕਈ ਮਹੀਨੇ ਤੋਂ ਰੁਕੀ ਤਨਖਾਹ ਲਈ 2 ਕਰੋੜ ਰੁਪਏ ਵੀ ਟਰਸਟ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਮੁਲਾਜ਼ਮਾਂ ਨੂੰ ਤਨਖਾਹ ਮਿਲ ਸਕੇ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਇੰਜੀਨੀਅਰਿੰਗ ਕਾਲਜ ਅਤੇ ਲੁਧਿਆਣਾ ਦੇ ਇੰਜੀਨੀਅਰਿੰਗ ਕਾਲਜ ਦਾ ਸਰਕਾਰ ਵੱਲੋਂ SC ਬੱਚਿਆਂ ਦੀ ਸਕਾਲਰਸ਼ਿਪ ਦਾ ਪਿਛਲੇ ਕਈ ਸਾਲਾਂ ਤੋਂ ਕਰੀਬ 42 ਕਰੋੜ ਦਾ ਬਕਾਇਆ ਖੜਾ ਹੈ, ਜਿਸ ਕਾਰਨ ਕਾਲਜਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਸੰਬੰਧੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ, ਜਿਸ ਨੂੰ ਇਸ ਰਕਮ ਦੀ ਅਦਾਇਗੀ 3 ਕਿਸ਼ਤਾਂ ਤੇ ਦੇਣ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ। ਹੁਣ ਕਿਹਾ ਗਿਆ ਕਿ ਸਕਾਲਰਸ਼ਿਪ ਦੀ ਅਦਾਇਗੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਵਫਦ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੇਗਾ ਤਾਂ ਕਿ ਕਾਲਜਾਂ ਦੀ ਵਿੱਤੀ ਹਾਲਤ ਠੀਕ ਹੋ ਸਕੇ। ਹਰ ਮਹੀਨੇ ਜਾਂ 1.5 ਮਹੀਨੇ ਬਾਅਦ ਟਰਸਟ ਦੀ ਮੀਟਿੰਗ ਹੁੰਦੀ ਹੈ। ਉਹਦੇ ਵਿੱਚ ਜਿੰਨਾ ਰੋਜ਼ਮਰਾ ਦਾ ਕੰਮ ਹੁੰਦਾ ਹੈ ਕਾਲਜ ਦਾ ਜਾਂ ਸਾਡੀ ਫੰਕਸ਼ਨਿੰਗ ਜਿਹੜੀ ਹੁੰਦੀ ਹੈ ਉਹਨੂੰ ਦੇਖਿਆ ਜਾਂਦਾ, ਵਾਚਿਆ ਜਾਂਦਾ, ਕੁਝ ਪ੍ਰਵਾਨਗੀਆਂ ਦੇਣੀਆਂ ਹੁੰਦੀਆਂ, ਕੁਝ ਪੁਸ਼ਟੀਆਂ ਕਰਨੀਆਂ ਹੁੰਦੀਆਂ, ਉਹ ਸਾਰਾ ਕੰਮ ਕੀਤਾ। ਅੱਜ ਇੱਕ ਅਸੀਂ ਸਾਡਾ ਸਟਾਫ ਜਿਹੜਾ ਕਾਫੀ ਚਿਰ ਤੋਂ ਕੋਈ ਕੰਟਰੈਕਟ ਤੇ ਸੀ ਜਾਂ ਕੋਈ ਆਰਜੀ ਤੌਰ ਤੇ ਸੀ, ਉਹਨਾਂ ਦਾ ਅੱਜ ਅਸੀਂ ਇੱਕ ਪਾਲਿਸੀ ਬਣਾ ਕੇ ਪਾਸ ਕੀਤੀ ਹੈ ਕਿ ਜਿਹੜੇ ਟੀਚਿੰਗ ਐਂਡ ਨਾਨ ਟੀਚਿੰਗ ਸਟਾਫ 2003 ਤੋਂ ਲੈ ਕੇ 2015 ਤੱਕ ਜਿਹੜੇ ਕੰਟਰੈਕਟ ਤੇ ਸੀਗੇ ਉਹਨਾਂ ਨੂੰ ਅਸੀਂ ਰੈਗੂਲਰ ਕੀਤਾ। 2003 ਤੋਂ ਲੈ ਕੇ 2015 ਤੱਕ ਸਾਰਾ ਸਟਾਫ ਜਿਹੜਾ ਰੈਗੂਲਰ ਕਰ ਦਿੱਤਾ ਤੇ ਉਹ ਪਾਲਿਸੀ ਪੂਰੀ ਤਿਆਰ ਕਰਕੇ ਉਹਨਾਂ ਦੀ ਸਹਿਮਤੀ ਨਾਲ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਉਹ ਕਰ ਦਿੱਤਾ। ਦੂਜਾ ਜਿਹੜਾ ਸਾਡੀ ਕਾਫੀ ਚਿਰ ਦੀ, ਕਿਉਂਕਿ ਕਰੋਨਾ ਕਰਕੇ ਅਸੀਂ ਬਹੁਤ ਮਾਰ ਖਾਧੀ, ਸਾਰੇ ਕਾਲਜ ਜਿਹੜੇ ਸੀਗੇ ਉਹ ਇਸ ਭੇਟ ਚੜ ਗਏ ਕਿ ਫੀਸਾਂ ਨਹੀਂ ਆ ਸਕੀਆਂ ਜਾਂ ਸਟਰੈਂਥ ਪੂਰੀ ਨਹੀਂ ਹੋ ਸਕੀ। ਕੁਝ ਬਾਹਰ ਦਾ ਝੁਕਾਅ ਪੈ ਗਿਆ, ਬੱਚਿਆਂ ਨੂੰ ਬਾਹਰ ਨੂੰ ਚਲੇ ਗਏ। ਇਕੱਲਾ ਕਾਲਜ ਸਾਡੇ ਨਹੀਂ, ਸਾਰੇ ਪੰਜਾਬ ਦੇ ਵਿੱਚ ਉਹਨਾਂ ਵੱਡਾ ਨੁਕਸਾਨ ਹੋਇਆ ਸੀ। ਤੇ ਕੁਝ ਤਨਖਾਹਾਂ ਜਿਹੜੀਆਂ ਇਹਨਾਂ ਦੀ ਪੈਂਡਿੰਗ ਸੀ ਕਾਲਜ ਵਾਲਿਆਂ ਦੀਆਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਇਸ ਲਈ ਲਾਇਬਿਲਿਟੀ ਸਮਝਦੀ ਹੈ ਕਿ ਅਸੀਂ ਉਹ ਜਮਾਤ ਹੈ ਜਿਹੜੀ ਇੱਕ ਜ਼ਿੰਮੇਵਾਰ ਜਿਹੜੀ ਸੰਸਥਾ ਜਿਹੜੀ ਹੈ ਪੁਆਈ ਜਾਂਦੀ ਹੈ। ਸੋ ਇਸ ਕਰਕੇ ਅੱਜ 2 ਕਰੋੜ ਰੁਪਈਆ ਇਹਨਾਂ ਨੂੰ ਜਾਰੀ ਕੀਤਾ ਕਿ 2 ਕਰੋੜ ਰੁਪਏ ਦੇ ਨਾਲ ਜਿਹੜੀ ਇਹਨਾਂ ਦੀ ਕੋਈ ਪੈਂਡਿੰਗ ਤਨਖਾਹਾਂ ਹਨ ਉਹ ਕੁਝ ਨਾ ਕੁਝ ਕਵਰ ਕੀਤੀਆਂ ਜਾ ਸਕਣ। ਇੱਕ ਵਫਦ ਬਣਾਇਆ ਜਿਹੜਾ ਕਿ CM ਨੂੰ ਮਿਲੇਗਾ ਇਸੇ ਹਫਤੇ ਦੇ ਵਿੱਚ ਹੀ, ਕਿ ਸਾਡਾ 42 ਕਰੋੜ ਰੁਪਈਆ ਜਿਹੜਾ SC ਸਕਾਲਰਸ਼ਿਪ ਦਾ ਸਾਡਾ ਕਾਲਜ ਇੰਜੀਨੀਅਰਿੰਗ ਕਾਲਜ ਲੁਧਿਆਣਾ ਵੀ ਇੱਥੇ ਦਾ ਵੀ ਸਾਡਾ 42 ਕਰੋੜ ਜਿਹੜਾ ਪੈਂਡਿੰਗ ਪਿਆ ਹੋਇਆ, ਉਹਨਾਂ ਵਾਸਤੇ ਸਾਡੇ ਡਾਕਟਰ ਸਰਦਾਰ ਸਤਵਿੰਦਰ ਸਿੰਘ ਟੋੜਾ ਸਾਹਿਬ, ਪੰਜੋਲੀ ਸਾਹਿਬ ਤੇ ਬਾਕੀ ਮੈਂਬਰ ਸਾਹਿਬਾਨ, ਪ੍ਰਿੰਸੀਪਲ ਸਾਹਿਬ, ਸਕੱਤਰ ਸਾਹਿਬ, ਇਹ ਇੱਕ ਵਫਦ ਲੈ ਕੇ ਜਾਣਗੇ। ਜਿਹੜਾ ਪਹਿਲਾਂ ਮੈਂ ਦੇ ਕੇ ਆਈ ਹਾਂ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਨੂੰ 3 ਕਿਸ਼ਤਾਂ 'ਚ ਦੇ ਦਿਆਂਗੇ, ਪਰ ਇੱਕ ਵੀ ਕਿਸ਼ਤ ਅਜੇ ਤੱਕ ਨਹੀਂ ਆਈ। ਉਹਦੇ ਸੰਬੰਧ ਵਿੱਚ ਅਸੀਂ ਇਹਨੂੰ ਕਿਹਾ ਕਿ ਜਾ ਕੇ ਤੁਸੀਂ ਰਿਮਾਈਂਡਰ ਦੇ ਕੇ ਆਓ, ਯਾਦ ਕਰਾ ਕੇ ਆਓ। ਜੇ 42 ਕਰੋੜ ਰੁਪਏ ਸਾਡਾ ਰਹਿੰਦਾ ਸਰਕਾਰ ਵੱਲ, ਅਸੀਂ ਪੈਰਾਂ ਤੇ ਖੜੇ ਤਾਂ ਹੋ ਸਕਦੇ ਹਾਂ ਜੋ 42 ਕਰੋੜ ਰੁਪਏ ਸਾਡੇ ਕੋਲ ਆਵੇ। ਸੋ ਇਸ ਕਰਕੇ ਅੱਜ ਇਹ ਵਫਦ ਬਣਾਇਆ ਕਿ ਜਲਦੀ ਜਾ ਕੇ ਮਿਲੋ। ਜੇ ਸਾਰਾ ਨਹੀਂ ਦੇ ਸਕਦੇ ਤੇ ਘੱਟੋ ਘੱਟ ਸਾਨੂੰ 2-3 ਕਿਸ਼ਤਾਂ ਵਿੱਚ ਦੇ ਦੇਣ
ਤਾਂ ਜੋ ਤਨਖਾਹਾਂ ਜਿਹੜੀਆਂ ਟੀਚਰਾਂ ਦੀਆਂ ਪ੍ਰੋਫੈਸਰਾਂ ਦੀਆਂ ਉਹ ਅਸੀਂ ਦੇ ਸਕੀਏ। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਮੇਲ USA TV। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਜ਼ਿਲ੍ਹਾ ਰੋਪੜ ਦੇ ਪਿੰਡ ਰੋਹੜ ਮਾਜਰਾ ਦੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਵੀਡੀਓ ਦਾ ਮਾਮਲਾ ਲਗਾਤਾਰ ਧੂਲ ਫੜਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਰੂਪਨਗਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਵੱਲੋਂ ਬਾਬਾ ਗਾਜ਼ੀਆ ਦਾਸ ਸਮਾਜ ਸੇਵੀ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਅਤੇ ਉਹਨਾਂ ਦੇ ਸਾਥੀਆਂ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਦੇ ਅੰਦਰ ਨਾਚਾਰ ਨਚਾ ਕੇ ਗੁਰਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਜਿਸ ਨੂੰ ਲੈ ਕੇ ਬਕਾਇਦਾ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਰੂਪਨਗਰ ਦੇ SSP ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਦਰਅਸਲ ਮਾਮਲਾ ਜ਼ਿਲ੍ਹਾ ਰੋਪੜ ਦੇ ਪਿੰਡ ਰੋਜ਼ਮਾਜਰਾ ਦਾ ਹੈ, ਜਿੱਥੇ 28 ਸਤੰਬਰ ਨੂੰ ਸਮਾਜ ਸੇਵੀ ਕਲੱਬ ਬਾਬਾ ਗਾਜ਼ੀ ਦਾਸ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰ 'ਚ ਗਰੀਬ ਲੜਕੀਆਂ ਦੇ ਵਿਆਹ ਤੇ ਖੂਨਦਾਨ ਕੈਂਪ ਦਾ ਸਮਾਗਮ ਰੱਖਿਆ ਗਿਆ ਸੀ। ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਤੇ ਵਿਆਹ ਵਿੱਚ ਆਏ ਬਰਾਤੀ ਅਤੇ ਸਮਾਗਮ ਦੇ ਪ੍ਰਬੰਧਕ ਨਚਾਰਾਂ ਦੇ ਨਾਲ ਨੱਚਦੇ ਦਿਖਾਈ ਦੇ ਰਹੇ ਸਨ। ਅੱਜ ਜਿੱਥੇ ਅਸੀਂ ਇਹ ਲਹਿਰ ਚਲਾ ਰਹੇ ਹਾਂ ਕਿ ਅਸੀਂ ਗੁਰਮਤਿ ਦੇ ਸਿਧਾਂਤ ਦੀ ਪਹਿਰੇਦਾਰੀ ਕਿੱਦਾਂ ਕਰਨੀ ਹੈ, ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਮੂਲ ਦੇ ਨਾਲ ਕਿੱਦਾਂ ਜੋੜਨਾ ਹੈ, ਸ੍ਰੀ ਦਰਬਾਰ ਸਾਹਿਬ ਦੇ ਨਾਲ ਕਿੱਦਾਂ ਜੋੜਨਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਕਾਰਜਸ਼ੈਲੀ ਹੈ ਉਹਨੂੰ ਘਰ ਘਰ ਵਿੱਚ ਕਿੱਦਾਂ ਪਹੁੰਚਾਉਣੀ ਹੈ। ਮੈਨੂੰ ਬੜਾ ਦੁੱਖ ਹੋਇਆ, ਕੱਲ੍ਹ ਇੱਕ ਵੀਡੀਓ ਦੇਖੀ ਹੈ ਜੋ ਰੋਪੜ ਜ਼ਿਲ੍ਹੇ ਦੀ ਬਾਬਾ ਗਾਜੀ ਦਾਸ ਕਲੱਬ ਕੋਈ ਬਣਿਆ ਹੋਇਆ, ਉਹਦਾ ਪ੍ਰਧਾਨ ਹੈ ਦਵਿੰਦਰ ਸਿੰਘ ਬਾਜਵਾ। ਉਹਨੇ ਇੱਕ ਐਸੀ ਹਰਕਤ ਕੀਤੀ ਹੈ ਜਿਹੜੀ ਕਿ ਉਸ ਸਮੇਂ ਨੂੰ ਯਾਦ ਕਰਾਤਾ ਜਿਹੜਾ ਮੱਸੇ ਰੰਗੜ ਨੇ ਕੰਮ ਕੀਤਾ ਸੀ। ਮੱਸੇ ਰੰਗੜ ਵਾਲਾ ਕੰਮ ਉਹਨੇ ਕੱਲ੍ਹ ਕੀਤਾ ਕਿ ਇੱਕ ਪ੍ਰੋਗਰਾਮ ਪਤਾ ਨਹੀਂ ਸ਼ਾਦੀ ਸੀ, ਸ਼ਾਇਦ ਵਿਆਹ ਸੀ, ਗੁਰਦੁਆਰਾ ਸਾਹਿਬ ਦੇ ਬਾਹਰ ਵਿਹੜੇ ਦੇ ਵਿੱਚ ਸਮਾਗਮ ਕਰਕੇ ਉੱਥੇ ਉਹਨਾਂ ਨੇ ਨੱਚਣ ਵਾਲੀਆਂ ਬੀਬੀਆਂ ਕੋਲੋਂ ਨਾਚ ਕਰਾਏ, ਭੰਗੜੇ ਪਵਾਏ, ਆਪ ਨਾਲ ਨੱਚੇ ਔਰ ਸਾਰਾ ਦਿਨ ਇਹ ਜਿਹੜੀ ਹੈ ਹਰਕਤ ਚੱਲਦੀ ਰਹੀ। ਇੰਨੀ ਪੀੜਾ ਹੋਈ ਕਿ ਜੇ ਗੁਰਦੁਆਰਿਆਂ ਦੇ ਵਿਹੜੇ ਦੇ ਵਿੱਚ ਬਾਹਰ ਗੁਰਦੁਆਰੇ ਦੇ ਨਾਲ ਹੀ ਵਿੱਚ ਹੀ ਜੇ ਅੱਜ ਅਸੀਂ ਉਹੀ ਕੰਮ ਕਰਨੇ ਸ਼ੁਰੂ ਕਰਤੇ ਜਿਹੜੇ ਕੰਮ ਗੁਰਦੁਆਰਾ ਸੁਧਾਰ ਲਹਿਰ ਚਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਸੀ, ਅੱਜ ਐਡੀ ਪੀੜਾ ਹੋਈ ਹੈ ਕਿ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪਰਚੇ ਵੀ ਦਰਜ ਕਰਾਏ ਜਾਣਗੇ ਕਿ ਇਹਨਾਂ ਨੇ ਐਡਾ ਵੱਡਾ ਸਾਡਾ ਜਿਹੜਾ ਅਸੀਂ ਧਰਮ ਦਾ ਨੁਕਸਾਨ ਕੀਤਾ ਔਰ ਗੁਰਮਤਿ ਦਾ ਘਾਣ ਕੀਤਾ, ਮਰਿਆਦਾ ਦਾ ਘਾਣ ਕੀਤਾ। ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਉੱਤੇ ਕਰੜੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਫਾਲਣ ਕਰਕੇ, ਕਿਉਂਕਿ ਜਿਹੜੇ ਦਵਿੰਦਰ ਸਿੰਘ ਆਪਣਿਆਂ ਨੂੰ ਸਿੰਘ ਕਹਾਉਂਦਾ ਹੈ, ਕਮ ਸੋ ਕਮ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਨਾਨਕ ਮਤੇ ਵਿੱਚ ਹੀ ਹਰਕਤ ਹੋਈ ਸੀ। ਇੱਕ ਬਾਬੇ ਨੇ ਜਦੋਂ ਉੱਥੇ ਆਰਤੀ ਕਰਵਾ ਦਿੱਤੀ, ਜਦੋਂ ਉੱਥੇ ਗਿੱਧਾ ਪਵਾ ਦਿੱਤਾ, ਅਸੀਂ ਉਹਨੂੰ ਇੱਥੇ ਫਾਲਣ ਕੀਤਾ ਔਰ ਸਾਰੀ ਕੌਮ ਨੇ ਇਹ ਬਰਦਾਸ਼ਤ ਨਹੀਂ ਸੀ ਕੀਤਾ। ਉਸੇ ਤਰ੍ਹਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੀ ਹਾਂ, ਮਾਨਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਕਿ ਤੁਰੰਤ ਉਹਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਫਾਲਣ ਕਰਕੇ ਅੱਗੇ ਤੋਂ ਜਿਹੜੀ ਵੱਡੀ ਗਲਤੀ ਉਹਨਾਂ ਕੀਤੀ ਹੈ ਉਸ ਤੋਂ ਵਰਜਿਆ ਜਾਵੇ। ਅਤੇ ਨਾਲ ਹੀ ਆਪਣੇ ਵੱਲੋਂ ਅਸੀਂ ਇਹ SSP ਰੋਪੜ ਨੂੰ ਦਰਖਾਸਤ ਦੇਵਾਂਗੇ ਕਿ ਜਿਸ ਵਿਅਕਤੀ ਨੇ ਇਹ ਐਡੀ ਵੱਡੀ ਹਰਕਤ ਕਰਕੇ ਸਾਡੇ ਇਸ ਗੁਰਮਤਿ ਦਾ ਘਾਣ ਕੀਤਾ, ਮਰਿਆਦਾ ਦਾ ਘਾਣ ਕੀਤਾ, ਉਹਨੂੰ ਕਦੀ ਬਖਸ਼ਿਆ ਨਾ ਜਾਵੇ। ਅੱਜ ਜਲੰਧਰ ਕਿਸਾਨ ਸੰਘਰਸ਼ ਮੋਰਚੇ ਵੱਲੋਂ ਅੱਜ ਜਲੰਧਰ ਵਿਖੇ ਵਿਧਾਇਕ ਅਤੇ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਪ੍ਰਗਟ ਸਿੰਘ ਦੀ ਸਰਕਟ ਹਾਊਸ ਅਧਿਆਪਕਾਂ ਨਾਲ ਮੀਟਿੰਗ ਚੱਲ ਰਹੀ ਸੀ, ਜਿਸ ਦੀ ਭਿਣਕ ਕਿਸਾਨ ਮੋਰਚਾ ਨੂੰ ਲੱਗ ਗਈ ਅਤੇ ਕਿਸਾਨਾਂ ਨੇ ਸਰਕਟ ਹਾਊਸ ਦਾ ਘਿਰਾਓ ਕਰ ਦਿੱਤਾ। ਉੱਥੇ ਹੀ ਪ੍ਰਗਟ ਸਿੰਘ ਦੇ ਕੋਠੀ ਨਾ ਮੌਜੂਦ ਹੋਣ ਕਰਕੇ ਕਿਸਾਨ ਸਰਕਟ ਹਾਊਸ ਦੇ ਬਾਹਰ ਪਹੁੰਚੇ ਅਤੇ ਰੋਸ ਪ੍ਰਦਰਸ਼ਨ ਕੀਤਾ। ਇੱਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਲੇਟ ਹੋਣ ਨੂੰ ਲੈ ਕੇ ਘਮਸਾਨ ਵਧਿਆ ਹੋਇਆ ਹੈ। ਪੰਜਾਬ ਦੇ CM ਚਰਨਜੀਤ ਸਿੰਘ ਚੰਨੀ
ਦੀ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਝੋਨੇ ਦੀ ਖਰੀਦ ਨੂੰ ਤੁਰੰਤ ਜਾਰੀ ਕਰਵਾਉਣ ਲਈ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਅਤੇ ਉਹ ਸ਼ਨੀਚਰਵਾਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ ਤੇ ਘਰਾਂ ਅੱਗੇ ਪਹੁੰਚੇ ਤੇ ਵਿਧਾਇਕਾਂ ਦੀ ਕੋਠੀ ਦਾ ਘਿਰਾਓ ਕਰਨ। ਪੰਜਾਬ ਦੀ ਅਨਾਜ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਆਮਦ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ। ਕਿਸਾਨ ਧੜਾਧੜ ਆਪਣੇ ਝੋਨੇ ਦੀ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ। ਸਰਕਾਰੀ ਹਦਾਇਤਾਂ ਸਨ ਕਿ 1 ਅਕਤੂਬਰ ਤੋਂ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ, ਲੇਕਿਨ ਬੀਤੇ ਕੱਲ ਦੇਰ ਸ਼ਾਮ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕੋਈ ਤੇਜ਼ ਬਰਸਾਤ ਦੇ ਨਾਲ ਫਸਲ ਗਿੱਲੀ ਹੋਣ ਦਾ ਹਵਾਲਾ ਦਿੰਦੇ ਹੋਏ ਲਿਖਤੀ ਫਰਮਾਨ ਜਾਰੀ ਕਰ ਦਿੱਤੇ ਹਨ ਕਿ ਸਰਕਾਰੀ ਖਰੀਦ 11 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇ ਅਤੇ ਇਹ ਫਰਮਾਨ ਨੂੰ ਲੈ ਕੇ ਜਿੱਥੇ ਰਾਜ ਸਰਕਾਰ ਦੁਚਿੱਤੀ ਵਿੱਚ ਹੈ, ਉੱਥੇ ਹੀ ਅਨਾਜ ਮੰਡੀਆਂ ਵਿੱਚ ਵੀ ਆਪਣੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਦੀ ਹੈ। ਇੱਥੇ ਹੁਣ ਤੋਂ ਹੀ ਫਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਫਰਮਾਨਾਂ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਆਪਣੇ ਤੁਗਲਕੀ ਫਰਮਾਨ ਧੱਕੇ ਨਾਲ ਪੰਜਾਬ ਦੇ ਕਿਸਾਨਾਂ ਉੱਤੇ ਥੋਪ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅਗਰ ਇਹਨਾਂ 10 ਦਿਨਾਂ ਵਿੱਚ ਕਿਸਾਨਾਂ ਦੀ ਫਸਲ ਬਰਸਾਤ ਕਾਰਨ ਜਾਂ ਫਿਰ ਕਿਸੇ ਹੋਰ ਕੁਦਰਤੀ ਕਰੋਪੀ ਕਾਰਨ ਨੁਕਸਾਨੀ ਜਾਂਦੀ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ। ਉਹਨਾਂ ਕਹਿਣਾ ਹੈ ਕਿ ਕਿਸਾਨਾਂ ਤਾਂ ਪਹਿਲੇ ਹੀ ਕਰਜ਼ੇ ਦੀ ਮਾਰ ਹੇਠ ਹਨ। ਕਿਸਾਨਾਂ ਨੂੰ ਤਾਂ ਪਹਿਲਾਂ ਹੀ ਕਈ ਨੁਕਸਾਨ ਉਠਾਉਣੇ ਪੈ ਰਹੇ ਹਨ। ਉਤੋਂ ਮੋਦੀ ਦੀ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨ ਤੇ ਖਰੀਦ ਤੇ ਇਹੋ ਜਿਹੇ ਫਰਮਾਨਾਂ ਨਾਲ ਕਿਸਾਨਾਂ ਨੂੰ ਅਤੇ ਕਿਸਾਨੀ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ, ਲੇਕਿਨ ਕਿਸਾਨ ਨਾ ਝੁਕੇ ਸੀ ਅਤੇ ਨਾ ਹੀ ਝੁਕਣਗੇ, ਸਗੋਂ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਇਸ ਫਰਮਾਨ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹਨ ਅਤੇ ਰਾਜ ਸਰਕਾਰ ਨੂੰ ਕੇਂਦਰ ਉੱਤੇ ਦਬਾਅ ਬਣਾ ਕੇ ਇਸ ਫਰਮਾਨ ਜਲਦ ਵਾਪਸ ਕਰਵਾਉਣੇ ਚਾਹੀਦੇ ਹਨ। ਪਾਲਤੂ ਕੁੱਤਿਆਂ ਨੂੰ ਲੈ ਕੇ ਹੋਏ ਝਗੜੇ ਨੂੰ ਪੁਲਿਸ ਵੱਲੋਂ ਕੀਤੇ ਇੱਕ ਤਰਫਾ ਕਾਰਵਾਈ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਯੂਥ ਪ੍ਰਧਾਨ ਰਵੀ ਕਿਰਨ ਸਿੰਘ ਕਾਲੋਂ ਵੱਲੋਂ ਦਲਿਤ ਪੀੜਤ ਪਰਿਵਾਰ ਨਾਲ ਪ੍ਰੈਸ ਵਾਰਤਾ ਕੀਤੀ ਗਈ। ਮਾਮਲਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਦਾਬਾਵਾਲਾ ਦਾ ਹੈ, ਜਿਸ ਨੂੰ ਲੈ ਕੇ ਅਕਾਲੀ ਨੇਤਾਵਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਕਰੀਬ 1 ਸਾਲ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਡਰਾਈਵਰ ਗੋਬਿੰਦਰ ਮੋਹਨ ਸਿੰਘ ਨੇ ਪਰਿਵਾਰ ਵੱਲੋਂ ਪਾਲਤੂ ਕੁੱਤਿਆਂ ਤੋਂ ਸ਼ੁਰੂ ਹੋਏ ਝਗੜੇ ਦੌਰਾਨ ਪਿੰਡ ਦੇ ਹੀ ਹਰਦੇਵ ਸਿੰਘ, ਜੋ ਕਿ ਦਲਿਤ ਭਾਈਚਾਰੇ ਨਾਲ ਸੰਬੰਧ ਹੈ, ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਸਨ ਅਤੇ ਜਿਸ ਤੇ ਦਲਿਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਪਰ ਕਰੀਬ 1 ਸਾਲ ਹੋ ਗਿਆ ਹੈ, ਲੇਕਿਨ ਅਜੇ ਤੱਕ ਦਲਿਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਹੁਣ ਪੁਲਿਸ ਨੇ ਉਲਟਾ ਪੀੜਤ ਦਲਿਤ ਪਰਿਵਾਰ ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਬਾਰ-ਬਾਰ ਬਟਾਲਾ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਕਰਨ ਲਈ ਕਿਹਾ ਗਿਆ, ਲੇਕਿਨ ਸਰਕਾਰੀ ਦਰਬਾਰੇ ਦੇ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਹੋਈ। ਲੇਕਿਨ ਹੁਣ ਇੱਕ ਦਿਨ ਵਿੱਚ ਉਲਟਾ ਦਲਿਤ ਹਰਦੇਵ ਸਿੰਘ ਦੇ ਪਰਿਵਾਰ ਉੱਤੇ ਕਾਰਵਾਈ ਕਰ ਦਿੱਤੀ ਹੈ, ਜਦੋਂ ਕਿ ਅਗਰ ਝਗੜੇ ਦੇ ਕੇਸ ਵਿੱਚ ਆਈਪੀਸੀ ਦੀ ਧਾਰਾ 750 ਦੇ ਤਹਿਤ ਦੋਵਾਂ ਪਾਰਟੀਆਂ ਉੱਪਰ ਹੀ ਕੇਸ ਦਰਜ ਕੀਤਾ ਜਾਂਦਾ ਹੈ, ਪਰ ਪੁਲਿਸ ਪ੍ਰਸ਼ਾਸਨ ਨੇ ਇੱਕ ਹੀ ਪਾਰਟੀ ਉੱਪਰ ਕੇਸ ਦਰਜ ਕਰ ਦਿੱਤਾ ਹੈ। ਉਕਤ ਝਗੜੇ ਦੌਰਾਨ ਬਣੀ ਵੀਡੀਓ ਵੀ ਪੀੜਤ ਪਰਿਵਾਰ ਵੱਲੋਂ ਜਾਰੀ ਕੀਤੀ ਗਈ ਅਤੇ ਹੁਣ ਉਕਤ ਪਰਿਵਾਰ ਆਪਣੇ ਅਕਾਲੀ ਨੇਤਾਵਾਂ ਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹਨ ਕਿ ਸਿਆਸੀ ਦਬਾਅ ਦੇ ਚੱਲਦਿਆਂ ਇੱਕ ਤਰਫਾ ਹੋਏ ਪੁਲਿਸ ਕਾਰਵਾਈ ਨੂੰ ਲੈ ਕੇ ਪੀੜਤ ਦਲਿਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲਟਨ ਸਮਾਪਤ ਹੁੰਦਾ ਹੈ। ਸਤਿ ਸ੍ਰੀ ਅਕਾਲ।